ਬਾਦਸ਼ਾਹ ਦਰਵੇਸ਼ ਸਾਹਿਬ ਕਮਾਲ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਕਿਵੇਂ ਵਿਛੜਿਆ, ਕਿਵੇਂ ਖੇਰੂ ਖੇਰੂ ਹੋਇਆ ਤੇ ਖਾਲਸਾ ਪੰਥ ਤੋਂ ਸਰਬੰਸ ਵਾਰ ਕੇ ਵੀ ਸਰਬੰਸਦਾਨੀ ਦੇ ਚਿਹਰੇ ਤੇ ਸ਼ਿਕਨ ਨਹੀਂ ਆਈ। ਇਹ ਉਹ ਇਤਿਹਾਸ ਹੈ ਜਿਸ ਨਾਲ ਸਾਡੀ ਪਹਿਚਾਣ ਹੈ, ਸਾਡੀ ਹਸਤੀ ਹੈ ਤੇ ਜੋ ਅੱਜ ਅਸੀਂ ਭੁੱਲਦੇ ਜਾ ਰਹੇ ਹਾਂ। ਲਹੂ ਭਿੱਜੇ ਪੰਨਿਆਂ ਤੇ ਉਕਰੇ ਇਤਿਹਾਸ ਨੂੰ ਇੱਕ ਵਾਰ ਫਿਰ ਤੋਂ ਤੁਹਾਡੇ ਦਿਲੋਂ ਦਿਮਾਗ 'ਚ ਸੁਰਜੀਤ ਕਰਨ ਦੀ ਕੋਸ਼ਿਸ਼ ਹੈ ਇਹ ਲੜੀਵਾਰ ਸ਼ਹੀਦੀ ਸਾਕਾ ਚਮਕੌਰ ਤੇ ਸਰਹਿੰਦ। ਬਾਦਸ਼ਾਹ ਦਰਵੇਸ਼ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦੇ ਬਾਰੇ ਫਾਰਸੀ ਦੇ ਮਹਾਨ ਸ਼ਾਇਰ ਭਾਈ ਨੰਦ ਲਾਲ ਇਕੱਲ ਕਹਿ ਦਿੰਦੇ ਨੇ, ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇ ਸ਼ਬਦ ਰੰਗ ਹਾਏ ਮੁਖਤਲਿਫ ਦਾਰਦ ਬੁੱਤੇ ਅਯਾਰਮਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਤੇਰੀ ਕਿਹੜੀ ਸਿਫਤ ਦੀ, ਤੇਰੀ ਰੂਹਾਨੀਅਤ ਦੇ ਕਿਹੜੇ ਰੰਗ ਦੀ, ਤੇਰੇ ਕਿਹੜੇ ਜਲਾਲੀ ਰੂਪ ਦੀ ਗੱਲ ਕਰਾਂ। ਸੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿੰਨੇ ਵਸਫ ਨੇ, ਉਹ ਚਾਹੇ ਫਾਰਸੀ ਦੇ ਸ਼ਾਇਰ ਨੰਦ ਲਾਲ ਨੇ ਜਾਂ ਫਿਰ ਉਰਦੂ ਦੇ ਸ਼ਾਇਰ ਹਕੀਮ ਮਿਰਜ਼ਾ ਅਲਾ ਯਾਰ ਖਾਂ ਜੋਗੀ, ਇੱਕ ਥਾਂ ਤੇ ਆ ਕੇ ਗੱਲ ਖਤਮ ਕਰ ਦਿੰਦੇ ਨੇ। ਹਰ ਚੰਦ ਮੇਰੇ ਹਾਥ ਮੇ ਪੁਰਜ਼ੋਰ ਕਲਮ ਹੈ, ਸਤਿਗੁਰ ਕੇ ਲਿਖੂੰ ਵਸਫ ਕਹਾਂ ਤਾਬੇ ਰਕਮ ਹੈ। ਨਾ ਤੇ ਕਿਸੇ ਕੋਲ ਕੁਵਤੇ ਤਹਰੀਰ ਹੈ ਜਿਹੜਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਸਿਫਤਾਂ ਬਿਆਨ ਕਰ ਸਕੇ, ਤੇ ਨਾ ਕਿਸੇ ਦੇ ਕੋਲ ਤਾਬੇ ਰਕਮ ਹੈ, ਕਿਸੇ ਦੀ ਕਲਮ ਦੇ ਵਿੱਚ ਇੰਨਾ ਬਲ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਸਿਫਤਾਂ ਨੂੰ ਲਿਖ ਸਕੇ। ਜ਼ਿੰਦਗੀ ਦੀਆਂ ਇਹਨਾਂ ਮਹਾਨ ਸਿਫਤਾਂ ਨੂੰ ਸ਼ਾਇਦ ਅਸੀਂ ਵੀ ਸੀਮਤ ਸਮੇਂ 'ਚ ਬਿਆਨ ਨਹੀਂ ਕਰ ਸਕਦੇ, ਪਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਮਹਾਨ ਪ੍ਰਯੋਜਨ ਦੇ ਵਿੱਚੋਂ ਉਹਨਾਂ ਦੇ ਜੀਵਨ ਦੇ ਕੁਝ ਅੰਸ਼ ਸਾਂਝੇ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ, ਜੇ ਕਿਤੇ ਅਸੀਂ ਆਪਣੀ ਸੁਰਤ ਨੂੰ ਅਨੰਦਪੁਰ ਸਾਹਿਬ ਲੈ ਕੇ ਜਾਈਏ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਲ੍ਹੇ ਦੇ ਵਿੱਚ ਬੈਠੇ ਨੇ। ਸੁਨੇਹਾ ਮਿਲਿਆ ਆ ਕੇ, ਸਰਦਾਰ ਚਤਰ ਸਿੰਘ ਬਰਾੜ ਨੇ ਇਹ ਆ ਕੇ ਸੁਨੇਹਾ ਦੇ ਦਿੱਤਾ ਕਿ ਹੁਕੂਮਤ ਦੀ ਭੇਜੀ ਹੋਈ ਬਹੁਤ ਵੱਡੀ ਫੌਜ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਪਰ ਬੜੀ ਹੈਰਾਨਗੀ ਦੀ ਗੱਲ ਹੈ, ਉੱਧਰ ਹਮਲਾਵਰ ਫੌਜ ਦੀ ਅਗਵਾਈ ਕਰ ਰਿਹਾ ਸੈਦ ਖਾਨ, ਤੇ ਇੱਧਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲੋਂ ਫੌਜ ਦੀ ਅਗਵਾਈ ਕਰਕੇ ਗਿਆ ਹੈ ਸੈਦ ਬੇਗ। ਬੜਾ ਅਜੀਬ ਇਤਫਾਕ ਹੈ, ਦੋਵੇਂ ਹੀ ਮੁਸਲਮਾਨ, ਇੱਕ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੁਰੀਦ ਤੇ ਇੱਕ ਹੁਕੂਮਤ ਦੀ ਫੌਜ ਦਾ ਫੌਜਦਾਰ। ਜਦੋਂ ਦੋਵੇਂ ਸਾਹਮਣੇ ਆਏ ਨੇ ਤਾਂ ਉਸ ਵੇਲੇ ਬਲਾ ਲਲਕਾਰ ਕੇ ਸੈਦ ਖਾਨ ਕਹਿੰਦਾ ਹੈ, ਉਹ ਸੈਦ ਬੇਗ, ਉਹ ਤੂੰ ਮੁਸਲਮਾਨ ਹੋ ਕੇ ਮੁਸਲਮਾਨ ਦੇ ਨਾਲ ਲੜੇਂਗਾ? ਜੇ ਕਿਤੇ ਤੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ ਇੰਨੀ ਹੀ ਅਜ਼ਮਤ ਹੈ, ਇੰਨੀ ਰੂਹਾਨੀਅਤ ਹੈ, ਰੁਬਾਨੀਅਤ ਦਾ ਮੁਜੱਸਮਾ ਹੈ, ਤਾਂ ਕਿਉਂ ਨਹੀਂ ਮੈਦਾਨੇ ਜੰਗ ਦੇ ਵਿੱਚ ਆ ਕੇ ਮੇਰੇ ਨਾਲ ਖੁਦ ਲੜਦਾ? ਅਜੇ ਇਹ ਲਫ਼ਜ਼ ਜ਼ੁਬਾਨ ਦੇ ਵਿੱਚ ਸੀ ਕਿ ਪਿੱਛੋਂ ਘੋੜੇ ਦੀਆਂ ਟਾਪਾਂ ਦੀ ਆਵਾਜ਼ ਸੁਣਾਈ ਦਿੱਤੀ, ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਹਾ, ਸੈਦ ਬੇਗ ਠਹਿਰ ਜਾ, ਜੇਕਰ ਸੈਦ ਖਾਨ ਚਾਹੁੰਦਾ ਹੈ ਕਿ ਮਰਦੇ ਕਾਮਲ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਆ ਕੇ ਮੈਦਾਨੇ ਜੰਗ ਦੇ ਵਿੱਚ ਇਹਦੇ ਨਾਲ ਦੋ ਹੱਥ ਖੜੇ, ਤੇ ਫਿਰ ਤੂੰ ਵਿੱਚੋਂ ਲਾਂਭੇ ਹੋ ਜਾ। ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੀਲੇ ਘੋੜੇ ਦੇ ਸ਼ਾਹਸਵਾਰ ਸਾਹਮਣੇ ਨੇ, ਤੇ ਸਾਹਮਣੇ ਫੌਜ ਦਾ ਫੌਜਦਾਰ ਖੜਾ ਹੈ ਸੈਦ ਖਾਨ। ਪਾਤਸ਼ਾਹ ਲਲਕਾਰ ਕੇ ਕਹਿੰਦੇ ਨੇ, ਸੈਦ ਖਾਨ ਵਾਰ ਕਰ। ਹੁਣ ਕਿਹੜਾ ਵਾਰ ਕਰੇ? ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨੂਰਾਨੀ ਤਾਬ ਨੂੰ ਝੱਲਣਾ ਕਿਤੇ ਔਖਾ ਹੈ, ਕੌਣ ਝੱਲ ਸਕਦਾ ਹੈ? ਇਸੇ ਕਰਕੇ ਤਾਂ ਨੰਦ ਲਾਲ ਨੂੰ ਇਹ ਗੱਲ ਕਹਿਣੀ ਪੈ ਗਈ ਕਿ ਤੇਗ ਰਾਹ ਫਤਹ ਗੁਰੂ ਗੋਬਿੰਦ ਸਿੰਘ, ਜਾਨੋ ਦਿਲ ਰਹ ਰਹਾ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਮੈਦਾਨੇ ਜੰਗ ਦੇ ਵਿੱਚ ਹੁੰਦੇ ਨੇ ਨਾ, ਤੇ ਵੱਡੇ ਵੱਡੇ ਤੇਗ ਜਨ ਯੋਧੇ ਵੀ ਉਹਨਾਂ ਦੇ ਜਲਾਲੀ ਨੂਰ ਦਾ ਮੁਕਾਬਲਾ ਨਹੀਂ ਕਰ ਸਕਦੇ, ਸਾਹਮਣਾ ਨਹੀਂ ਕਰ ਸਕਦੇ। ਹੁਣ ਕੌਣ ਚਲਾਵੇ ਤਲਵਾਰ? ਆਪਣੀ ਸ਼ਮਸ਼ੀਰ ਨੂੰ ਮਿਆਨ ਦੇ ਵਿੱਚ ਪਾਇਆ, ਸੈਦ ਖਾਨ ਘੋੜੇ ਤੋਂ ਉਤਰਿਆ, ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਦਮਾਂ ਦੇ ਉੱਪਰ ਆਪਣੀ ਸ਼ਮਸ਼ੀਰ ਨੂੰ ਧਰ ਕੇ ਆਪਣੀ ਜ਼ੁਬਾਨ ਤੋਂ ਇੱਕ ਗੱਲ ਕਹੀ ਹੈ, ਖੁਦਾ ਆਇਦ ਖੁਦਾ ਆਇਦ ਆਇਦ ਖੁਦਾਵੰਦਾ ਹਕੀਕਤ ਦਰ ਮਿਜ਼ਾਜ ਆਇਦ ਕਿ ਮੁਰਦਾਰਾ ਕੁਨਦ ਜ਼ਿੰਦਾ। ਇਹ ਦੁਨੀਆ ਦੇ ਲੋਕੋ,
ਸੱਚਮੁੱਚ ਗੁਰੂ ਗੋਬਿੰਦ ਸਿੰਘ ਖੁਦਾ ਹੈ, ਸੱਚਮੁੱਚ ਗੁਰੂ ਗੋਬਿੰਦ ਸਿੰਘ ਖੁਦਾ ਹੈ। ਮੈਂ ਮਰਿਆ ਸੀ, ਮੇਰੀ ਜ਼ਮੀਰ ਮਰੀ ਸੀ, ਜਿਹੜਾ ਮੈਂ ਇਹ ਸੋਚ ਕੇ ਤੁਰ ਪਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਹਰਾ ਕੇ ਆ ਜਾਊਂਗਾ। ਸੱਚ ਜਾਣਿਓ, ਅੱਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਿਹਰੇ ਦੀ ਰੂਹਾਨੀਅਤ ਨੂੰ ਤੱਕ ਕੇ ਮੇਰੀ ਮਰੀ ਹੋਈ ਜ਼ਮੀਰ ਜਾਗ ਗਈ ਹੈ। ਮੈਂ ਮਰਿਆ ਸੀ, ਮੈਂ ਅੱਜ ਜਿੰਦਾ ਹੋਇਆ, ਪਰ ਅੱਜ ਮੇਰੇ ਅੰਦਰ ਦਾ ਦੁਸ਼ਮਣ ਮਰ ਗਿਆ ਹੈ। ਇਸ ਗੱਲ ਨੂੰ ਹੀ ਭਾਈ ਨੰਦ ਲਾਲ ਕਹਿੰਦੇ ਨੇ ਕਿ ਤੇਗ ਰਾ ਫਤਹ ਗੁਰੂ ਗੋਬਿੰਦ ਸਿੰਘ, ਜਾਨੋ ਦਿਲ ਰਹਿਰਾ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਜਦੋਂ ਮੈਦਾਨੇ ਜੰਗ ਦੇ ਵਿੱਚ ਕਿਸੇ ਮਰਦੂਦ ਦੇ ਉੱਪਰ ਤੇਗ ਦਾ ਵਾਰ ਕਰਦੇ ਨੇ, ਉਸ ਨੂੰ ਮੁਰਦਾ ਬਣਾ ਦਿੰਦੇ ਨੇ, ਤੇ ਜਦੋਂ ਜ਼ਮੀਰ ਤੋਂ ਮਰੇ ਮੁਰਦੇ ਦੇ ਉੱਪਰ ਜ਼ੁਬਾਨ ਦਾ ਵਾਰ ਕਰਦੇ ਨੇ, ਉਸ ਨੂੰ ਮੁਰੀਦ ਬਣਾ ਲੈਂਦੇ ਨੇ। ਬੜੀ ਵੱਖਰੀ ਖੇਡ ਹੈ। ਹਕੂਮਤ ਕਿਵੇਂ ਬਰਦਾਸ਼ਤ ਕਰੇ ਇਸ ਗੱਲ ਨੂੰ ਕਿ ਜਿਹੜਾ ਜਰਨੈਲ ਇਹ ਸਹੁੰ ਖਾ ਕੇ ਗਿਆ ਸੀ, ਕਸੇ ਹਰ ਕੇ ਕੌਲੇ ਕੁਰਾਂ ਬਾਇਦਸ਼ ਜਾਂ ਕੁਸ਼ਤਨੋ ਬਸਤਨੋ ਬਾਇਦਸ਼, ਜਾਂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲੈ ਕੇ ਆਊਂਗਾ, ਤੇ ਜਾਂ ਫਿਰ ਗੁਰੂ ਗੋਬਿੰਦ ਸਿੰਘ ਨੂੰ ਬੰਦੀ ਬਣਾ ਕੇ ਬਾਦਸ਼ਾਹ ਸਲਾਮਤ ਦੇ ਸਾਹਮਣੇ ਪੇਸ਼ ਕਰੂੰਗਾ। ਅੱਜ ਉਹ ਭੇਜਿਆ ਹੋਇਆ ਜਰਨੈਲ ਵੀ ਗੁਰੂ ਗੋਬਿੰਦ ਸਿੰਘ ਦਾ ਸਿੱਖ ਬਣ ਗਿਆ। ਅਖੀਰ ਉਸ ਵੇਲੇ ਸਰਹੰਦ ਦੇ ਨਵਾਬ ਦੇ ਅਧੀਨ 28 ਪਰਗੜੇ ਸਨ। ਇਹਨਾਂ 28 ਪਰਗੜਿਆਂ ਨੂੰ ਜਹਾਦ ਦੇ ਨਾਮ ਦੇ ਉੱਪਰ ਇਕੱਠਾ ਕੀਤਾ ਗਿਆ। ਦਿੱਲੀ ਤੋਂ ਫੌਜ ਆਈ, ਉਧਰ ਪਹਾੜੀ ਰਾਜੇ, ਇਹਨਾਂ ਸਾਰਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਤਵਾਰੀਖ ਗਿਆਨੀ ਗਿਆਨ ਸਿੰਘ, ਉਸ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਹੈਰਾਨ ਹੋ ਜਾਂਦੇ ਅਸੀਂ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਵਾਲੀ ਫੌਜ ਦੀ ਗਿਣਤੀ ਦਾ ਜ਼ਿਕਰ ਆਉਂਦਾ ਹੈ। ਕਹਿੰਦੇ ਇੰਨੀ ਵੱਡੀ ਗਿਣਤੀ ਮੈਂ ਇਸ ਨੂੰ ਅੰਕਾਂ ਦੇ ਵਿੱਚ ਨਹੀਂ ਦੱਸ ਸਕਦਾ, ਪਰ ਇੱਕ ਗੱਲ ਕਹਿਣਾ ਹੈ ਕਿ ਜੇਕਰ ਘੇਰਾ ਪਾਉਣ ਵਾਲੀ ਫੌਜ ਦਾ ਹਰ ਸਿਪਾਹੀ ਇੱਕ ਇੱਕ ਮੁੱਠੀ ਮਿੱਟੀ ਦੀ ਭਰ ਕੇ ਅਨੰਦਪੁਰ ਸਾਹਿਬ ਦੇ ਉੱਪਰ ਸੁੱਟੇ ਤੇ ਅਨੰਦਪੁਰ ਸਾਹਿਬ ਨੂੰ ਮਿੱਟੀ 'ਚ ਦੱਬਿਆ ਜਾ ਸਕਦਾ ਹੈ। ਇਹ ਤਵਾਰੀਖ ਗੁਰੂ ਖਾਲਸਾ ਦਾ ਕਥਨ ਹੈ। ਅੰਦਾਜ਼ਾ ਤੁਸੀਂ ਦਰਸ਼ਕ ਲਿਖਾ ਸਕਦੇ ਹੋ ਕਿ ਫੌਜ ਦੀ ਗਿਣਤੀ ਕਿੰਨੀ ਹੋਵੇਗੀ। ਇੱਕ ਚਲਾਕੀ ਹੋਰ ਵਰਤੀ ਗਈ। ਉਹ ਚਲਾਕੀ ਇਹ ਸੀ ਕਿ ਪਹਾੜੀ ਰਾਜਿਆਂ ਨੇ ਇੱਕ ਪਰਮਾਨੰਦ ਨਾਂ ਦੇ ਪੰਡਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਇੱਕ ਦਰਖਾਸਤ ਦੇ ਕੇ ਭੇਜਿਆ। ਪਰਮਾਨੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਇਆ ਹੈ। ਹੱਥ ਦੇ ਵਿੱਚ ਥਾਲੀ ਹੈ, ਥਾਲੀ ਦੇ ਵਿੱਚ ਆਟੇ ਦੀ ਬਣੀ ਗਊ ਹੈ, ਤੇ ਪਰਮਾਨੰਦ ਦੇ ਆਪਣੇ ਮੂੰਹ 'ਚ ਤੀਲਾ ਹੈ। ਪੁਰਾਤਨ ਸਰੋਤਾਂ ਨੂੰ ਪੜ੍ਹ ਕੇ ਵੇਖੋ। ਥਾਲੀ ਰੱਖੀ, ਨਤਮਸਤਕ ਹੋਇਆ ਤੇ ਕਹਿੰਦਾ ਹੈ ਕਿ ਪਾਤਸ਼ਾਹ, ਮੈਂ ਪਹਾੜੀ ਰਾਜਿਆਂ ਦੇ ਵੱਲੋਂ ਨਿਮਾਣੀ ਗਊ ਦੇ ਵਾਂਗੂ ਮੂੰਹ 'ਚ ਤਿਣਕਾ ਲੈ ਕੇ ਤੁਹਾਡੀ ਅਧੀਨਗੀ ਸਵੀਕਾਰ ਕਰਦਾ ਹੋਇਆ ਇੱਕ ਦਰਖਾਸਤ ਕਰਨਾ ਚਾਹੁੰਦਾ। ਤੁਸੀਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿਓ, ਬਿਲਕੁਲ ਮਹਿਫੂਜ਼ ਰਸਤਾ ਦਿੱਤਾ ਜਾਵੇਗਾ, ਤੁਹਾਡੇ ਤੇ ਕੋਈ ਹਮਲਾ ਨਹੀਂ ਕੀਤਾ ਜਾਵੇਗਾ, ਤੁਹਾਡੇ ਤੇ ਕੋਈ ਵਾਰ ਨਹੀਂ ਕੀਤਾ ਜਾਵੇਗਾ। ਘਟਨਾ ਬੜੀ ਪਿਆਰੀ ਵਾਪਰੀ। ਕੁਝ ਸਿੰਘ ਕਹਿੰਦੇ ਨੇ ਕਿ ਪਾਤਸ਼ਾਹ ਸੱਚਮੁੱਚ ਮੁਸਲਮਾਨ ਤਾਂ ਨਹੀਂ ਹੈ, ਪਰਮਾਨੰਦ ਬ੍ਰਾਹਮਣ ਹੈ, ਸਾਨੂੰ ਇਸ ਦੀ ਸਲਾਹ ਮੰਨ ਲੈਣੀ ਚਾਹੀਦੀ ਹੈ। ਮਹਿਮਾ ਪ੍ਰਕਾਸ਼ ਵਾਰਤਕ ਦੇ ਵਿੱਚ ਤਾਂ ਇੱਥੋਂ ਤੱਕ ਜ਼ਿਕਰ ਆਉਂਦਾ ਹੈ ਕਿ ਮਾਤਾ ਜੀ ਵੀ ਕਹਿੰਦੇ ਨੇ, ਮਾਤਾ ਗੁਜਰ ਕੌਰ ਜੀ, ਬੇਟਾ ਜੇ ਇੰਨੀ ਨਿਰਮਾਣਤਾ ਦੇ ਨਾਲ, ਇੰਨੀ ਅਧੀਨਗੀ ਦੇ ਨਾਲ, ਇੰਨਾ ਨਿਮਾਣਾ ਹੋ ਕੇ ਇਹ ਪਰਮਾਨੰਦ ਆ ਕੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਇਹ ਅਰਜ਼ੋਈ ਕਰ ਰਿਹਾ ਹੈ, ਤੇ ਗਊ ਦੀ ਕਸਮ ਨੂੰ ਮੰਨ ਲੈਣਾ ਚਾਹੀਦਾ ਹੈ। ਤੇ ਮੈਨੂੰ ਯਾਦ ਆਉਂਦੇ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਫ਼ਜ਼, ਜਿਹੜੇ ਉਹਨਾਂ ਨੇ ਉਸ ਵੇਲੇ ਮਹਿਮਾ ਪ੍ਰਕਾਸ਼ ਵਾਰਤਕ ਦੇ ਵਿੱਚ ਦਰਜ ਕੀਤੇ ਨੇ। ਕਹਿੰਦੇ, ਇਹਾ ਤਾਂ ਜਾਨਵਰ ਗਊ ਕਾ ਕਿਹਾ ਵਿਸਾ। ਗਊ ਤਾਂ ਇੱਕ ਜਾਨਵਰ ਹੈ, ਗਊ ਦੀ ਕਸਮ ਦਾ ਅਸੀਂ ਕੀ ਯਕੀਨ ਕਰੀਏ। ਪਰ ਫਿਰ ਵੀ ਐ ਸਿੰਘੋ, ਜੇ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਦੇ ਈਮਾਨ ਨੂੰ ਪਰਖਣਾ ਹੈ, ਤੇ ਮੈਂ ਤੁਹਾਡੇ ਸਾਹਮਣੇ ਇਹਨਾਂ ਦੇ ਈਮਾਨ ਦੀ ਪਰਖ ਕਰਕੇ ਦੱਸ ਦਿੰਦਾ। ਪਰਮਾਨੰਦ ਠੀਕ ਹੈ, ਬਿਲਕੁਲ ਅੱਜ ਰਾਤ ਨੂੰ ਅਸੀਂ ਕਿਲ੍ਹਾ ਖਾਲੀ ਕਰ ਦੇਵਾਂਗੇ। ਪਰਮਾਨੰਦ ਖੁਸ਼ੀ ਦੇ ਨਾਲ ਇਹ ਸੋਚ ਕੇ ਵਿਦਾ ਹੋਇਆ ਹੈ ਕਿ ਸ਼ਾਇਦ ਗੁਰੂ ਧੋਖੇ ਦੇ ਵਿੱਚ ਆਇਆ, ਸ਼ਾਇਦ ਗੁਰੂ ਛਲਿਆ ਗਿਆ। ਅੱਧੀ ਰਾਤ ਹੋਈ ਤੇ ਅਨੰਦਪੁਰ ਦੇ ਵਿੱਚੋਂ ਕੁਝ ਵਾਧੂ ਵਸਤਾਂ, ਕੁਝ ਟੁੱਟੇ ਹੋਏ ਸ਼ਸਤਰ, ਕੁਝ ਵਾਧੂ ਸਮਾਨ, ਉਹਦੇ ਕੁਝ ਗੱਡੇ ਭਰੇ ਤੇ ਅਨੰਦਪੁਰ ਸਾਹਿਬ ਤੋਂ ਤੋਰ ਦਿੱਤੇ। ਕੁਝ ਖਾਲੀ ਗੱਡੇ ਜਿਨ੍ਹਾਂ ਦੇ ਉੱਪਰ ਬਲਦੀਆਂ ਮਸ਼ਾਲਾਂ ਬੰਨੀਆਂ ਗਈਆਂ, ਅੱਗੇ ਲਾ ਕੇ ਇੱਕ ਵਹੀਰ ਦੇ ਰੂਪ 'ਚ ਜਿਸ ਵੇਲੇ ਅਨੰਦਪੁਰ ਸਾਹਿਬ ਤੋਂ ਅੱਧੀ ਰਾਤ ਤੋਂ ਬਾਹਰ ਕੱਢੇ, ਤੇ ਪਹਾੜੀ ਰਾਜਿਆਂ ਨੇ ਗਊ ਦੀਆਂ ਖਾਧੀਆਂ ਕਸਮਾਂ ਤੇ ਕੀਤੇ ਇਕਰਾਰ ਤੋੜ ਕੇ ਇਸ ਜਾਣ ਬੁੱਝ ਕੇ ਬਣਾਈ ਗਈ ਇੱਕ ਨਕਲੀ ਵਹੀਰ ਦੇ ਉੱਪਰ ਹਮਲਾ ਕਰ ਦਿੱਤਾ। ਜਦੋਂ ਇਹ ਹਮਲਾ ਹੋਇਆ
ਤਾਂ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਸਿੰਘਾਂ ਦੇ ਦਰਬਾਰ ਦੇ 'ਚ ਇਹ ਗੱਲ ਕਹੀ, ਵੇਖ ਲਿਆ, ਮੈਂ ਤੁਹਾਨੂੰ ਕਿਹਾ ਸੀ ਨਾ ਕਿ ਤੁਸੀਂ ਗਊ ਦੀ ਕਸਮ ਦਾ, ਇਕਰਾਰ ਦਾ ਯਕੀਨ ਕਰਦੇ ਹੋ, ਵਿਸ਼ਵਾਸ ਕਰਦੇ ਹੋ, ਇਹ ਵਿਸਾਖਾਤ ਕਰਨਗੇ। ਤੇ ਮੈਂ ਤੁਹਾਨੂੰ ਦੱਸ ਦਿੱਤਾ ਹੈ, ਪ੍ਰਯੋਗਿਕ ਰੂਪ 'ਚ ਦੱਸ ਦਿੱਤਾ ਹੈ ਕਿ ਸੱਚਮੁੱਚ ਇਹਨਾਂ ਦੇ ਮਨ ਦੇ ਵਿੱਚ ਇਹਨਾਂ ਦੇ ਕਿਸੇ ਵੀ ਧਾਰਮਿਕ ਇਸ਼ਟ ਦੇ ਪ੍ਰਤੀ ਕੋਈ ਵਿਸ਼ਵਾਸ ਨਹੀਂ ਹੈ। ਇਹ ਕੇਵਲ ਤੇ ਕੇਵਲ ਵਿਸ਼ਵਾਸ ਤੋੜ ਸਕਦੇ ਨੇ, ਵਿਸਾਖਾਤ ਕਰ ਸਕਦੇ ਨੇ। ਕੁਝ ਦਿਨ ਘੇਰਾ ਹੋਰ ਪਿਆ ਰਿਹਾ। ਇਹ ਘੇਰਾ ਇੰਨਾ ਲੰਬਾ ਸਮਾਂ ਚੱਲਦਾ ਗਿਆ ਕਿ ਅੰਦਰਲੇ ਹਾਲਾਤ ਬੜੇ ਬਦਤਰ ਹੋ ਗਏ। ਜੇਕਰ ਪੁਰਾਤਨ ਸਰੋਤਾਂ ਨੂੰ ਪੜ੍ਹੀਏ ਤੇ ਕਈ ਵਾਰੀ ਸਿੱਖ ਤਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੇ ਸਰੀਰ ਦਾ ਹਾਲ ਦੱਸ ਕੇ ਕਹਿੰਦੇ ਨੇ, ਪਾਤਸ਼ਾਹ ਐਸੋ ਹਾਲ ਹਮਾਰਾ ਭਇਓ, ਹਾੜ ਚਾਮ ਹਮਰੋ ਗਲ ਗਇਓ। ਪਾਤਸ਼ਾਹ ਜਿਸਮ ਗਲਦਾ ਜਾ ਰਿਹਾ ਹੈ, ਪਾਤਸ਼ਾਹ ਸਰੀਰ ਕਮਜ਼ੋਰ ਹੁੰਦੇ ਜਾ ਰਹੇ ਨੇ, ਰਾਸ਼ਨ ਅੰਦਰ ਥੁੜਦਾ ਜਾ ਰਿਹਾ ਹੈ। ਇੱਥੋਂ ਤੱਕ ਇਤਿਹਾਸਕ ਸਰੋਤਾਂ ਨੂੰ ਪੜ੍ਹੀਏ ਤੇ ਰਾਜਾ ਰਤਨ ਰਾਏ ਦੇ ਵੱਲੋਂ, ਜਿਹੜਾ ਕਿ ਅਸਾਮ ਦਾ ਰਾਜਾ ਸੀ, ਉਸ ਦੇ ਵੱਲੋਂ ਭੇਜਿਆ ਹੋਇਆ ਪ੍ਰਸ਼ਾਦੀ ਹਾਥੀ ਵੀ ਭੁੱਖ ਦੇ ਨਾਲ ਮਰ ਗਿਆ। ਉਸ ਤੋਂ ਬਾਅਦ ਇਹਨਾਂ ਰਾਜਿਆਂ ਨੇ ਇੱਕ ਚਾਲ ਹੋਰ ਚੱਲੀ। ਸਮਾਣਾ ਪੰਜਾਬ ਦਾ ਸ਼ਹਿਰ ਕੋਈ ਛੋਟਾ ਸ਼ਹਿਰ ਨਹੀਂ ਹੈ, ਸੈਯਦ ਲੋਕਾਂ ਦਾ ਸ਼ਹਿਰ ਸੀ। ਜੇਕਰ ਅੱਜ ਦੇ ਸਮੇਂ ਦੇ ਵਿੱਚ ਸਮਾਣੇ ਦਾ ਉਸ ਸਮੇਂ ਦਾ ਸ਼ਹਿਰੀ ਤੌਰ ਤੇ ਰੁਤਬਾ ਵੇਖਣਾ ਹੋਵੇ ਤਾਂ ਮੈਂ ਤੁਹਾਡੇ ਸਾਹਮਣੇ ਇੱਕ ਮਿਸਾਲ ਰੱਖਾਂ ਕਿ ਸਮਾਣਾ ਸੈਯਦ ਪਠਾਣਾ ਦਾ, ਸੈਯਦ ਲੋਕਾਂ ਦਾ ਸ਼ਹਿਰ ਸੀ। ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਸ ਜਲਾਦ ਨੇ ਸ਼ਹੀਦ ਕੀਤਾ ਸੀ, ਸੈਯਦ ਜਲਾਲੂਦੀਨ, ਉਹ ਵੀ ਸਮਾਣੇ ਦਾ ਰਹਿਣ ਵਾਲਾ ਸੀ। ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਔਰ ਸਾਹਿਬ ਫਤਿਹ ਸਿੰਘ, ਜਿਸ ਜਲਾਦ ਨੇ ਇਹਨਾਂ ਨੂੰ ਜ਼ਿਬਾ ਕੀਤਾ ਸੀ, ਉਹ ਵੀ ਸੈਯਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਸਮਾਣੇ ਦੇ ਰਹਿਣ ਵਾਲੇ ਸੀ। ਕਹਿਣ ਦਾ ਭਾਵ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਅੱਜ ਦੇ ਸਮੇਂ 'ਚ ਜੈਡ ਸਿਕਿਉਰਿਟੀ ਦਿੱਤੀ ਜਾਂਦੀ ਹੈ, ਸਮਾਣੇ ਦੇ ਵਿੱਚ 22 ਪਰਿਵਾਰ ਐਸੇ ਸੀ ਜਿਨ੍ਹਾਂ ਨੂੰ ਉਹਨਾਂ ਸਮਿਆਂ ਦੇ ਵਿੱਚ ਸਖਤ ਸੁਰੱਖਿਆ ਦਿੱਤੀ ਗਈ ਸੀ ਤੇ 22 ਲੋਕਾਂ ਦੇ ਕੋਲ ਪਾਲਕੀ ਰੱਖਣ ਦਾ ਅਧਿਕਾਰ ਸੀ, ਜਿਸ ਦਾ ਜ਼ਿਕਰ ਡਾਕਟਰ ਗੰਡਾ ਸਿੰਘ ਨੇ ਆਪਣੀ ਰਚਨਾ ਦੇ ਵਿੱਚ ਕੀਤਾ ਹੈ। ਸੋ ਹੁਣ ਇੱਕ ਕਾਜ਼ੀ ਆਇਆ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਤੇ ਸੁਨੇਹਾ ਕੀ ਮਿਲਿਆ ਹੈ, ਖਬਰ ਹੁਈ दरबार से कासिद एक आया है, सरहंद के नवाब का पैगाम लाया है। कासिद मसंजर, सुनेहा देने वाला। ये सुनेहा देने वाला कौन सी? काजी वली हसन। काजी वली हसन कलगीधर पातशाह गुरु गोबिंद सिंह महाराज दे दरबार दे विच पहुंचा, नतमस्तक होया, सलाम कीती ते नाल ही इस्लाम धर्म की पवित्र किताब मुकद्दस कुरान शरीफ कलगीधर पातशाह गुरु गोबिंद सिंह महाराज के सामने रख दी। पातशाह, मैं हिंदुस्तान के बादशाह दे वल्लों मुकद्दस कुरान शरीफ लैके आया। पातशाह पढ़ के वेखो इस कुरान शरीफ की आखिरी जिलत के उपर की लिखिया है। पातशाह ने पढ़िया, औरंगजेब का सुनेहा सी फारसी दे विच कि तशरीफ दर कस्बा कांगड़ कुनद वज़ा पस मुलाकात बाहम शबद। ए गुरु गोबिंद सिंह महाराज, तुसी आनंदपुर साहब नूं छड्ड के दीना कांगड़ के इलाके च आ जाओ कि तशरीफ, तुसी उत्थे तशरीफ लैके आओ कि तशरीफ दर कस्बा कांगड़ कुनद वज़ा पस मुलाकात बाहम शबद। उत्थे मैं तुहाडे नाल मुलाकात करांगा, फिर साडी आपसी चर्चा होवेगी, विचार होवेगी ते मेरी दरख्वास्त है कि तुसी आनंदपुर साहब नूं छड्ड के दीना कांगड़ के इलाके च आ जाओ। कुछ सिख पातशाह गुरु गोबिंद सिंह महाराज के बारे अक्सर जो ये गल कहते हैं ना कि गुरु गोबिंद सिंह महाराज के नाल धोखा किया गया, तो मैं बड़ा हैरान हाँ कि की पूर्ण गुरु के नाल धोखा किया जा सकता है? की गुरु नूं छलिया जा सकता है? दरअसल गुरु साहब के नाल धोखा नहीं होया, पर गुरु साहब ने धर्म के नाम के उपर धोखा करने वाले लोगों को बेनकाब किया। जो गुरु गोबिंद सिंह महाराज औरंगजेब नूं जफरनामा लिखते ना, ਉਹਦੇ 'ਚ ਇੱਕ बड़ी प्यारी गल लिखते हैं, ना साहिब सनाशी ना मुहम्मद जकी। औरंगजेब मैं की गल दसां तेरी, तू खूबसूरत भी है कि हुस्नल जमाल अस्त रोशन ज़मीर खुदावंद मुल्क अस्त साहिब अमीर। तू घोड़सवार भी चंगा है कि चलाक हस्त दस्त चाबक रकेब। हिंदुस्तान का बादशाह भी है खुशिश शाह शाह औरंगजेब। पर तेरे च घाट की है, ना तू अपने ईमान का पक्का है ते ना तेनू अपने इस्लाम के बानी हज़रत मुहम्मद साहब के उपर यकीन है। बिल्कुल धोखे का भरिया होया तू। ये कलगीधर पातशाह गुरु गोबिंद सिंह महाराज ने
ਔਰੰਗਜ਼ੇਬ ਨੂੰ ਜ਼ਫਰਨਾਮੇ 'ਚ ਲਿਖਿਆ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਧੋਖੇ ਦੇ ਵਿੱਚ ਨਹੀਂ ਆਏ, ਬਲਕਿ ਇਸਲਾਮ ਦੇ ਧਾਰਮਿਕ ਗ੍ਰੰਥ ਮੁਕੱਦਸ ਕੁਰਾਨ ਸ਼ਰੀਫ ਦੇ ਨਾਮ ਦੇ ਉੱਪਰ ਜਿਹੜਾ ਧੋਖਾ ਕੀਤਾ ਜਾ ਰਿਹਾ ਸੀ, ਪਾਤਸ਼ਾਹ ਨੇ ਉਸ ਨੂੰ ਸੰਸਾਰ ਦੇ ਸਾਹਮਣੇ ਰੱਖਿਆ ਹੈ। ਜੇ ਕਿਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਗੱਲ ਸਵੀਕਾਰ ਨਾ ਕੀਤੀ ਹੁੰਦੀ ਤਾਂ ਅੱਜ ਦੇ ਇਤਿਹਾਸਕਾਰਾਂ ਨੇ ਕਹਿਣਾ ਸੀ ਜੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਛੱਡ ਦਿੰਦੇ ਨਾ, ਫਿਰ ਹਮਲਾ ਨਹੀਂ ਸੀ ਹੋਣਾ। ਜੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਔਰੰਗਜ਼ੇਬ ਦੀ ਗੱਲ ਮੰਨ ਲੈਂਦੇ ਨਾ, ਤੇ ਗੁਰੂ ਸਾਹਿਬ ਦੇ ਫਰਜ਼ੰਦ ਸ਼ਹੀਦ ਨਹੀਂ ਸੀ ਹੋਣੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਮਕੌਰ ਦੀ ਗੜ੍ਹੀ ਦੇ ਨਾਲੋਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਵਿੱਚ ਲੜਾਈ ਲੜਨੀ ਬਹੁਤ ਸੌਖੀ ਸੀ, ਪਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਿਸ਼ਾਨਾ ਲੜਾਈ ਨਹੀਂ ਸੀ। ਪਾਤਸ਼ਾਹ ਤਾਂ ਜ਼ਫਰਨਾਮੇ 'ਚ ਬੜਾ ਸਪਸ਼ਟ ਕਰਦੇ ਨੇ, ਬਾ ਲਾਚਾਰਗੀ ਦਰਮਿਆ ਆਮਦਮ ਬਾ ਤਦਬੀਰ ਤੀਰੋ ਤਫੰਗ ਆਮਦਮ। ਔਰੰਗਜ਼ੇਬ, ਤੂੰ ਲੋਕਾਂ ਦੇ ਉੱਪਰ ਜ਼ੁਲਮ ਹੀ ਇੰਨੇ ਕੀਤੇ ਕਿ ਲਾਚਾਰਗੀ ਦੇ ਵਿੱਚ ਮੈਨੂੰ ਮੈਦਾਨੇ ਜੰਗ ਦੇ ਵਿੱਚ ਤੇਗ ਤੇ ਤਫੰਗ ਚੁੱਕਣੀ ਪਈ। ਕਿਉਂ? ਚੌਂਕਾਰ ਅਜ਼ਹਮਾ ਹੀਲ ਤੇ ਦਰਗੁਜਸ਼ਤ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ। ਜਦੋਂ ਸਾਰੇ ਹੀਲੇ ਵਸੀਲੇ ਟੂ ਰੀਡਰੈਸਿੰਗ ਏ ਰੋਂਗ, ਕਿਸੇ ਵੀ ਗੱਲ ਨੂੰ ਸੁਧਾਰਨ ਦੇ ਜਦੋਂ ਸਾਰੇ ਤਰੀਕੇ ਖਤਮ ਹੋ ਜਾਂਦੇ ਨੇ, ਉਦੋਂ ਫਿਰ ਤਲਵਾਰ ਦੀ ਵਰਤੋਂ ਜਾਇਜ਼ ਹੈ। ਸੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਨੂੰ ਛੱਡਣ ਦਾ ਫੈਸਲਾ ਕੀਤਾ। ਜਿੱਥੇ ਗੁਰਦੇਵ ਪਾਤਸ਼ਾਹ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਾ ਸੰਸਕਾਰ ਕੀਤਾ ਗਿਆ ਸੀ, ਉਸ ਜਗ੍ਹਾ ਦੀ ਜਿਹੜੀ ਸੇਵਾ ਹੈ ਉਹ ਗੁਰਬਖਸ਼ ਦਾਸ ਉਦਾਸੀ ਨੂੰ ਸੌਂਪ ਦਿੱਤੀ ਗਈ। ਜਿਹੜੀ ਔਰੰਗਜ਼ੇਬ ਨੇ ਮੁਕੱਦਸ ਕੁਰਾਨ ਸ਼ਰੀਫ ਭੇਜੀ ਸੀ, ਜਿਸ ਦੇ ਉੱਪਰ ਇਹ ਝੂਠੀ ਕਸਮ ਲੱਗੀ ਹੋਈ ਸੀ, ਕਲਗੀਧਰ ਪਾਤਸ਼ਾਹ ਨੇ ਭਾਈ ਮੋਹਕਮ ਸਿੰਘ ਨੂੰ ਸੰਭਾਲਣ ਦੇ ਵਾਸਤੇ ਦਿੱਤੀ। ਵਹੀਰ ਜਿਹੜੀ ਚੱਲਣ ਵਾਲੀ ਸੀ, ਜੇਕਰ ਇਤਿਹਾਸਕ ਸਰੋਤਾਂ ਦਾ ਅਧਿਐਨ ਕਰੀਏ ਤਾਂ ਉਸ ਵੇਲੇ ਅਨੰਦਪੁਰ ਸਾਹਿਬ ਵਾਲੇ ਛੱਡਣ ਵਾਲੇ ਸਿੱਖਾਂ ਦੀ ਗਿਣਤੀ 500 ਤੋਂ 700 ਦੇ ਵਿੱਚ ਸੀ ਇਤਿਹਾਸਕ ਸਰੋਤਾਂ ਦੇ ਮੁਤਾਬਕ। ਜਿਹੜਾ ਅਨੰਦਪੁਰ ਸਾਹਿਬ ਨੂੰ ਛੱਡਣ ਵਾਲਾ ਵਹੀਰ ਸੀ, ਉਸ ਨੂੰ ਕੁਝ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਸਭ ਤੋਂ ਪਹਿਲਾਂ ਸ਼ਾਹੀ ਟਿੱਬੀ, ਜਿਹੜੀ ਅੱਜ ਗੁਰਦੁਆਰਾ ਕੀਰਤਪੁਰ ਸਾਹਿਬ ਦੇ ਸਾਹਮਣੇ ਹੈ, ਉੱਥੇ ਭਾਈ ਉਦੇ ਸਿੰਘ, ਜਿਹੜੇ ਭਾਈ ਮਨੀ ਸਿੰਘ ਦੇ ਸਪੁੱਤਰ ਸੀ। ਇਤਿਹਾਸ ਦੇ ਵਿੱਚ ਜੇਕਰ ਇਹਨਾਂ ਵਾਰਤਾਵਾਂ ਨੂੰ ਫਰੋਲੀਏ ਤਾਂ ਹੈਰਾਨ ਹੋ ਜਾਈਦਾ ਹੈ ਕਿ ਭਾਈ ਮਨੀ ਸਿੰਘ ਦੇ 10 ਪੁੱਤਰਾਂ ਦੇ ਵਿੱਚੋਂ 8 ਸਪੁੱਤਰ ਸਿੱਖਾਂ ਦੇ ਇਸ ਧਰਮ ਯੁੱਧ ਵਿੱਚ ਸ਼ਹੀਦ ਹੋਏ ਨੇ। ਭਾਈ ਉਦੇ ਸਿੰਘ ਨੂੰ ਸ਼ਾਹੀ ਟਿੱਬੀ ਦੇ ਉੱਪਰ ਤਾਇਨਾਤ ਕੀਤਾ ਗਿਆ। ਉਸ ਦਾ ਨਿਸ਼ਾਨਾ ਇਹ ਸੀ ਕਿ ਜਿੰਨੀ ਵੀ ਪਹਾੜੀ ਰਾਜਿਆਂ ਦੀ ਫੌਜ ਇਸ ਪਾਸੇ ਤੋਂ ਹਮਲਾ ਕਰੇਗੀ, ਭਾਈ ਉਦੇ ਸਿੰਘ ਆਪਣੇ 51 ਸਿੱਖਾਂ ਦੇ ਨਾਲ ਉਸ ਫੌਜ ਨੂੰ ਡੱਕੇਗਾ। ਦੂਸਰੇ ਪਾਸੇ ਸਰਸਾ ਦਾ ਕੰਢਾ ਹੈ। ਸਰਸਾ ਨਦੀ ਦੇ ਕੰਢੇ ਦੇ ਅਨੰਦਪੁਰ ਸਾਹਿਬ ਵਾਲੇ ਪਾਸੇ ਭਾਈ ਜੀਵਨ ਸਿੰਘ ਔਰ ਬੀਬੀ ਭਿੱਖਾਂ, ਜਿਹੜੀ ਭਾਈ ਬਜਰ ਸਿੰਘ ਦੇ ਪਰਿਵਾਰ ਦੇ ਵਿੱਚੋਂ ਸੀ, ਉਹਨਾਂ ਨੂੰ 100 ਸਿੰਘ ਦੇ ਕੇ ਉੱਥੇ ਤਾਇਨਾਤ ਕੀਤਾ ਗਿਆ ਕਿ ਜਦੋਂ ਸਿੰਘਾਂ ਦਾ ਵਹੀਰ ਜਾਂ ਗੁਰੂ ਸਾਹਿਬ ਦਾ ਪਰਿਵਾਰ ਸਰਸਾ ਨਦੀ ਪਾਰ ਕਰ ਰਿਹਾ ਹੋਵੇਗਾ ਤੇ ਜੇਕਰ ਇਧਰਲੇ ਪਾਸੇ ਤੋਂ ਹਮਲਾ ਹੋਵੇ ਤਾਂ ਉਹ ਉਸ ਹਮਲੇ ਨੂੰ ਰੋਕਣਗੇ। ਸਰਸਾ ਨਦੀ ਨੂੰ ਪਾਰ ਕਰਾ ਕੇ ਇੱਕ ਪਹਿਲਾ ਜਥਾ 100 ਸਿੰਘਾਂ ਦਾ ਭਾਈ ਬਚਿੱਤਰ ਸਿੰਘ ਦੀ ਅਗਵਾਈ ਦੇ ਹੇਠ ਅਗਲੇ ਪਾਸੇ ਮਲਕਪੁਰ ਰੰਗੜਾ ਪਿੰਡ ਦੀ ਜੂਹ ਦੇ ਵਿੱਚ ਤਾਇਨਾਤ ਕੀਤਾ ਗਿਆ। ਉਹਦਾ ਨਿਸ਼ਾਨਾ ਇਹ ਸੀ ਕਿ ਜਦੋਂ ਵਹੀਰ ਜਾਂ ਗੁਰੂ ਸਾਹਿਬ ਪਰਿਵਾਰ ਸਮੇਤ ਸਰਸਾ ਨੂੰ ਪਾਰ ਕਰਨਗੇ, ਜਦੋਂ ਪਾਰਲਵਾਰੇ ਕੰਢੇ ਪਹੁੰਚਣਗੇ ਤੇ ਜਦੋਂ ਰੋਪੜ ਤੋਂ ਆ ਰਹੀ ਫੌਜ ਉਹਨਾਂ ਦੇ ਉੱਪਰ ਹਮਲਾ ਕਰੇਗੀ ਤੇ ਉਸ ਹਮਲੇ ਨੂੰ ਭਾਈ ਬਚਿੱਤਰ ਸਿੰਘ ਤੇ ਉਹਨਾਂ ਦੇ ਨਾਲ ਦੇ ਸਾਥੀ ਰੋਕਣਗੇ। ਤੇ ਸਾਰੀ ਵਹੀਰ ਦੀ ਰੱਖਿਆ ਦੀ ਜ਼ਿੰਮੇਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਵੱਡੇ ਫਰਜ਼ੰਦ ਸਾਹਿਬ ਅਜੀਤ ਸਿੰਘ ਔਰ ਬਾਬਾ ਬੁੱਢਾ ਸਿੰਘ ਨੂੰ ਦਿੱਤੀ। ਸੋ ਇਹ ਸਾਰੀ ਵਹੀਰ ਦੀ ਤਰਤੀਬ ਸੀ। ਗੁਰਮਾਤਾਵਾਂ ਮਾਤਾ ਸੁੰਦਰ ਕੌਰ ਜੀ ਨੂੰ ਭਾਈ ਮਨੀ ਸਿੰਘ ਹੋਣਾ ਦੇ ਨਾਲ ਤੇ ਮਾਤਾ ਗੁਜਰ ਕੌਰ ਜੀ ਦੇ ਨਾਲ 2 ਗੁਰੂ ਸਾਹਿਬ ਦੇ ਛੋਟੇ ਫਰਜ਼ੰਦ ਨੇ, ਜੋਰਾਵਰ ਸਿੰਘ ਔਰ ਫਤਿਹ ਸਿੰਘ। ਇਹ ਵਹੀਰ ਚੱਲ ਪਿਆ। ਪਹਿਲਾ ਹਮਲਾ ਵਹੀਰ ਦਾ ਸ਼ਾਹੀ ਟਿੱਬੀ ਦੇ ਉੱਪਰ ਹੋਇਆ। ਇਸ ਸ਼ਾਹੀ ਟਿੱਬੀ ਦੇ ਉੱਪਰ ਭਾਈ ਉਦੇ ਸਿੰਘ ਨੇ ਪਹਾੜੀ ਰਾਜਿਆਂ ਦੀ ਫੌਜ ਦਾ ਮੁਕਾਬਲਾ ਕੀਤਾ, ਸਾਰੀ ਫੌਜ ਨੂੰ ਰੋਕਿਆ ਤੇ ਵਹੀਰ ਅੱਗੇ ਤੁਰ ਪਿਆ। ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਦੇ ਵਿੱਚ ਭਾਈ ਉਦੇ ਸਿੰਘ ਤੇ ਉਹਨਾਂ ਦੇ ਨਾਲ ਇਸ ਮੈਦਾਨੇ ਜੰਗ 'ਚ ਜੂਝਣ ਵਾਲੇ 50 ਸਿੰਘ ਕਾਫੀ ਲੰਬਾ ਸਮਾਂ ਦੁਸ਼ਮਣ ਦੇ ਨਾਲ ਜੂਝਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ। ਅਗਲਾ ਜਥਾ ਜਿਸ ਵੇਲੇ ਸਰਸਾ ਨਦੀ ਦੇ ਕੰਢੇ ਤੇ ਅਨੰਦਪੁਰ ਸਾਹਿਬ ਵਾਲੇ ਪਾਸੇ ਝੱਖੀਆਂ ਪਿੰਡ ਦੀ ਜੂਹ ਦੇ ਵਿੱਚ ਪਹੁੰਚਿਆ, ਉੱਥੇ ਫਿਰ ਪਹਾੜੀ ਰਾਜਿਆਂ ਦੀ ਫੌਜ ਨੇ ਇੱਕ ਤਗੜਾ ਹਮਲਾ ਕਰ ਦਿੱਤਾ। ਇਸ ਹਮਲੇ ਨੂੰ ਭਾਈ ਜੀਵਨ ਸਿੰਘ, ਜਿਨ੍ਹਾਂ ਦਾ ਪਹਿਲਾ ਨਾਮ ਬਾਬਾ ਜੈਤਾ ਜੀ ਸੀ, ਜਿਹੜੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਸੀ, ਉਹਨਾਂ ਨੇ ਔਰ ਉਹਨਾਂ ਦੇ ਨਾਲ ਭਾਈ ਆਲਮ ਸਿੰਘ ਦੀ ਪਤਨੀ ਔਰ ਭਾਈ ਬਜਰ ਸਿੰਘ ਦੀ ਬੇਟੀ ਬੀਬੀ ਭਿੱਖਾਂ ਨੇ
ਉੱਥੇ ਫੌਜ ਦਾ ਮੁਕਾਬਲਾ ਕੀਤਾ। ਇਸ ਸ਼ਾਹੀ ਫੌਜ ਦਾ ਮੁਕਾਬਲਾ ਕਰਦੇ ਹੋਏ 101 ਸਿੰਘਾਂ ਦੇ ਨਾਲ ਇੱਥੇ ਬਾਬਾ ਜੀਵਨ ਸਿੰਘ ਵੀ ਜਾਮੇ ਸ਼ਹਾਦਤ ਪ੍ਰਾਪਤ ਕਰ ਗਏ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਹੀਰ ਦੇ ਸਮੇਤ ਜਿਸ ਵੇਲੇ ਸਰਸਾ ਨੂੰ ਪਾਰ ਕੀਤਾ ਤੇ ਉਸ ਵੇਲੇ ਰੋਪੜ ਤੋਂ ਮਲੇਰੀਆਂ ਦੀ, ਸਰਹੰਦ ਵਾਲਿਆਂ ਦੀ, ਉਸ ਤੋਂ ਇਲਾਵਾ ਸਰਹੰਦ ਦੇ 28 ਹੋਰ ਪਰਗੜਿਆਂ ਦੀ ਫੌਜ, ਜਿਨ੍ਹਾਂ ਦੀ ਗਿਣਤੀ ਉਸ ਸਮੇਂ ਮੁਅੱਸਰੇ ਆਲਮਗੀਰੀ ਦੇ ਮੁਤਾਬਕ 42,000 ਪੈਦਲ ਤੇ 7,000 ਘੋੜਸਵਾਰ ਬਣਦੀ ਹੈ, ਉਹਨਾਂ ਨੇ ਹਮਲਾ ਕਰ ਦਿੱਤਾ। ਉੱਥੇ ਬਾਬਾ ਬਚਿੱਤਰ ਸਿੰਘ ਨੇ ਉਸ ਫੌਜ ਦਾ ਮੁਕਾਬਲਾ ਕੀਤਾ ਔਰ ਉਹ ਉਸ ਫੌਜ ਨੂੰ ਰੋਕ ਕੇ ਖੜੇ ਹੋ ਗਏ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਔਰ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਸਰਸਾ ਨੂੰ ਪਾਰ ਕਰਕੇ ਪੱਠਾ ਸਾਹਿਬ, ਜਿਸ ਨੂੰ ਅੱਜ ਕਿਹਾ ਜਾਂਦਾ ਹੈ, ਉਸ ਸਮੇਂ ਦੇ ਵਿੱਚ ਇਸ ਨੇੜਲੇ ਪਿੰਡ ਦਾ ਨਾਮ ਕੋਟਲਾ ਨਿਹੰਗ ਖਾਨ ਸੀ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡੇ ਫਰਜ਼ੰਦਾਂ ਦੇ ਨਾਲ ਵਹੀਰ ਸਮੇਤ ਉਸ ਪਾਸੇ ਨੂੰ ਚਲੇ ਗਏ। ਇਸ ਹਫੜਾ ਦਫੜੀ ਦੇ ਵਿੱਚ ਮਾਤਾ ਸੁੰਦਰ ਕੌਰ ਜੀ ਔਰ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਦੇ ਨਾਲ ਇੱਕ ਹੋਰ ਦਿਸ਼ਾ ਦੇ ਵੱਲ ਚੱਲਦੇ ਚੱਲਦੇ ਦਿੱਲੀ ਵਾਲੇ ਇਲਾਕੇ ਨੂੰ ਪਹੁੰਚ ਗਏ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ ਗੁਜਰ ਕੌਰ ਜੀ ਆਪਣੇ 2 ਛੋਟੇ ਪੋਤਿਆਂ ਸਾਹਿਬ ਜੋਰਾਵਰ ਸਿੰਘ ਔਰ ਸਾਹਿਬ ਫਤਿਹ ਸਿੰਘ ਦੇ ਨਾਲ ਉਹ ਚੌਂਤੇ ਵੱਲ ਨੂੰ ਨਿਕਲ ਗਏ। ਭਾਵ ਇਤਿਹਾਸ ਦੇ ਵਿੱਚ ਜਦੋਂ ਅਸੀਂ ਇਸ ਘਟਨਾ ਦੇ ਸਥਾਨ ਨੂੰ ਪਰਿਵਾਰ ਵਿਛੋੜਾ ਕਹਿੰਦੇ ਹਾਂ ਤਾਂ ਸਾਡੇ ਸਾਹਮਣੇ ਹੈ ਕਿ ਪਰਿਵਾਰ ਖੇਰੂ ਖੇਰੂ ਹੋ ਗਿਆ, ਪਰਿਵਾਰ ਵਿਛੜ ਗਿਆ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ 2 ਵੱਡੇ ਸਾਹਿਬਜ਼ਾਦਿਆਂ ਤੇ ਕੁਝ ਸਿੰਘਾਂ ਦੇ ਨਾਲ ਜਿਸ ਵੇਲੇ ਕੋਟਲਾ ਨਿਹੰਗ ਖਾਨ ਪਹੁੰਚੇ ਨੇ ਤੇ ਉੱਥੇ ਨਿਹੰਗ ਖਾਨ ਤੇ ਉਸ ਦੇ ਬੇਟੇ ਆਲਮ ਖਾਨ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੈਰ ਮਕਦਮ ਕੀਤਾ, ਇਸਤਕਬਾਲ ਕੀਤਾ, ਜੀ ਆਇਆ ਗਿਆ, ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਹੈ। ਇਤਿਹਾਸ ਦੇ ਵਿੱਚ ਇਹ ਗੱਲ ਦੱਸਣੀ ਬਹੁਤ ਜ਼ਰੂਰੀ ਹੈ ਕਿ ਇਹ ਜਿਹੜਾ ਕੋਟਲਾ ਨਿਹੰਗ ਖਾਨ ਹੈ, ਇਹ ਸੁਲਤਾਨ ਖਾਨ ਦਾ ਵਸਾਇਆ ਹੋਇਆ ਪਿੰਡ ਸੀ ਤੇ ਸੁਲਤਾਨ ਖਾਨ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਸਿੱਖੀ ਦੇ ਵਿੱਚ ਆਇਆ ਸੀ। ਉਸੇ ਪਰਿਵਾਰ ਦੇ ਵਿੱਚ ਅੱਗੇ ਉਸ ਦਾ ਬੇਟਾ ਨੌਰੰਗ ਖਾਨ ਸੀ, ਨੌਰੰਗ ਖਾਨ ਦਾ ਬੇਟਾ ਨਿਹੰਗ ਖਾਨ ਸੀ ਤੇ ਨਿਹੰਗ ਖਾਨ ਦਾ ਬੇਟਾ ਆਲਮ ਖਾਨ ਸੀ। ਨਿਹੰਗ ਖਾਨ ਦੀ ਇੱਕ ਭੈਣ ਬੀਬੀ ਉਮਰੀ ਸੀ ਜਿਹੜੀ ਬੱਸੀ ਪਿੰਡ ਵਿਆਹੀ ਹੋਈ ਸੀ, ਜਿਸ ਦੇ ਬੇਟੇ ਨਬੀ ਖਾਨ ਤੇ ਗਨੀ ਖਾਨ ਸਨ। ਸੋ ਇਹ ਸਿੱਖੀ ਦਾ ਬੜਾ ਹੀ ਸ਼ਰਧਾਲੂ ਪਰਿਵਾਰ ਸੀ। ਸੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨਿਹੰਗ ਖਾਨ ਦੇ ਘਰ ਪਹੁੰਚੇ ਨੇ। ਅਜੇ ਪਹੁੰਚ ਕੇ ਬਰਾਜੇ ਨੇ ਤੇ ਇੱਕ ਕਾਸਦ ਨੇ ਆ ਕੇ ਫਿਰ ਸੁਨੇਹਾ ਦੇ ਦਿੱਤਾ ਹੈ ਕਿ ਪਾਤਸ਼ਾਹ ਬੇਸ਼ੱਕ ਰੋਪੜ ਤੋਂ ਆ ਰਹੀ ਫੌਜ ਨੂੰ ਰੋਕਦਿਆਂ ਹੋਇਆ ਸਿੰਘਾਂ ਨੇ ਬੜਾ ਇੱਕ ਇਹੋ ਜਿਹੀ ਗਹਿ ਗੱਚ ਯੁੱਧ ਕੀਤਾ ਹੈ ਕਿ ਉਹਨਾਂ ਨੇ ਫੌਜ ਨੂੰ ਤਾਂ ਰੋਕ ਲਿਆ, ਪਰ ਫੌਜ ਨੂੰ ਰੋਕਦਿਆਂ ਭਾਈ ਬਚਿੱਤਰ ਸਿੰਘ ਇੰਨੇ ਜ਼ਖਮੀ ਹੋ ਗਏ ਨੇ, ਖੂਨ ਬਹੁਤ ਵਹਿ ਚੁੱਕਾ ਹੈ, ਪਰ ਅਜੇ ਸਾਹ ਲੈ ਰਹੇ ਨੇ, ਮੈਦਾਨੇ ਜੰਗ 'ਚ ਪਏ ਨੇ। ਮੈਂ ਹੈਰਾਨ ਰਹਿ ਜਾਂਦਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਰੁਣਾਮਈ ਹਿਰਦਾ ਉਸੇ ਵੇਲੇ ਸਾਹਿਬ ਅਜੀਤ ਸਿੰਘ ਨੂੰ ਕਿਹਾ ਹੈ, ਜਿਹੜਾ ਅਜੇ ਸਰਸਾ ਦੀ ਕੰਢੇ ਤੇ ਜੰਗ ਲੜ ਕੇ ਆਇਆ ਸੀ, ਬੇਟਾ ਜਾਓ ਜ਼ਖਮੀ ਹੋਏ ਬਚਿੱਤਰ ਸਿੰਘ ਨੂੰ ਚੁੱਕ ਕੇ ਲੈ ਕੇ ਆਓ। ਸਾਹਿਬ ਅਜੀਤ ਸਿੰਘ, ਸਰਦਾਰ ਬੁੱਢਾ ਸਿੰਘ ਤੇ ਕੁਝ ਹੋਰ ਸਿੰਘਾਂ ਨੂੰ ਲੈ ਕੇ ਗਏ ਨੇ ਮਲਕਪੁਰ ਰੰਗੜਾ ਪਿੰਡ ਦੇ ਵਿੱਚ। ਬਚਿੱਤਰ ਸਿੰਘ ਨੂੰ ਘੋੜੇ ਦੇ ਉੱਪਰ ਲੱਦ ਕੇ ਲਿਆਂਦਾ, ਕੋਟਲਾ ਨਿਹੰਗ ਖਾਨ ਦੇ ਘਰ ਇੱਕ ਬਿਸਤਰ ਤੇ ਲਟਾ ਦਿੱਤਾ। ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦੇ ਨਾਲ ਦੇ ਸਿੰਘਾਂ ਨੇ ਅੱਗੇ ਚਾਲੇ ਪਾਉਣੇ ਨੇ, ਪਰ ਬਚਿੱਤਰ ਸਿੰਘ ਦੀ ਹਾਲਤ ਬਹੁਤ ਖਰਾਬ ਹੈ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਿਹੰਗ ਖਾਨ ਨੂੰ ਕਿਹਾ ਕਿ ਤੁਸੀਂ ਆਪਣੇ ਘਰ ਦੇ ਵਿੱਚ ਬਚਿੱਤਰ ਸਿੰਘ ਦੀ ਖਾਤਰਦਾਰੀ ਕਰੋ, ਅਸੀਂ ਅੱਗੇ ਜਾ ਰਹੇ ਹਾਂ। ਇਹ ਕਹਿ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੂ ਮਾਜਰਾ ਤੇ ਬੂਰ ਮਾਜਰਾ ਪਿੰਡ ਨੂੰ ਰਵਾਨਾ ਹੋ ਗਏ, ਜਿੱਥੋਂ ਅੱਗੇ ਉਹਨਾਂ ਨੇ ਚਮਕੌਰ ਪਹੁੰਚਣਾ ਸੀ। ਤੇ ਇੱਧਰਲੇ ਪਾਸੇ ਬਚਿੱਤਰ ਸਿੰਘ ਥੋੜ੍ਹੇ ਚਿਰ ਬਾਅਦ ਪ੍ਰਾਣ ਤਿਆਗ ਗਿਆ। ਇੱਕ ਘਟਨਾ ਬੜੀ ਖਾਸ ਵਾਪਰੀ ਕਿ ਉੱਥੋਂ ਦੇ ਰੋਪੜ ਦੇ ਹਾਕਮ ਜ਼ਬਾਰ ਖਾਨ ਨੂੰ ਕਿਸੇ ਨੇ ਸੂਚਨਾ ਦੇ ਦਿੱਤੀ ਕਿ ਕੋਟਲਾ ਨਿਹੰਗ ਖਾਨ ਦੇ ਵਿੱਚ ਆਲਮ ਖਾਨ ਦੇ ਘਰ ਦੇ ਵਿੱਚ ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦੇ ਸਾਥੀ ਪਹੁੰਚੇ ਹੋਏ ਨੇ। ਕਲਗੀਧਰ ਪਾਤਸ਼ਾਹ ਤਾਂ ਰਾਤ ਨੂੰ ਜਾ ਚੁੱਕੇ ਸੀ, ਦਿਨ ਚੜ੍ਹਦਿਆਂ ਉਸਨੇ ਪਿੰਡ ਨੂੰ ਘੇਰਾ ਪਾ ਲਿਆ। ਜਦੋਂ ਘੇਰਾ ਪਾ ਕੇ ਉਹ ਘਰ ਪਹੁੰਚਿਆ ਤਾਂ ਜਿਸ ਕਮਰੇ ਦੇ ਵਿੱਚ ਬਚਿੱਤਰ ਸਿੰਘ ਪਿਆ ਸੀ ਬਿਸਤਰ ਦੇ ਉੱਪਰ, ਉਸ ਬਿਸਤਰ ਦੇ ਉੱਪਰ ਉਸਨੇ ਆਪਣੀ ਬੇਟੀ ਮੁਮਤਾਜ਼ ਨੂੰ ਬਿਠਾ ਦਿੱਤਾ ਤੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ। ਸਾਰੇ ਘਰ ਦੀ ਤਲਾਸ਼ੀ ਲਈ ਗਈ, ਪਾਤਸ਼ਾਹ ਤਾਂ ਜਾ ਚੁੱਕੇ ਸੀ। ਉਸਨੇ ਕਿਹਾ ਕਿ ਜਿਹੜਾ ਦਰਵਾਜ਼ਾ ਬੰਦ ਹੈ ਇੱਥੇ ਕੌਣ ਹੈ? ਤੇ ਉਸ ਵੇਲੇ ਨਿਹੰਗ ਖਾਨ ਨੇ ਔਰ ਆਲਮ ਖਾਨ ਨੇ ਔਰ ਉਸ ਦੀ ਪਤਨੀ ਜ਼ੈਨਾ ਨੇ ਕਿਹਾ ਕਿ ਫੌਜਦਾਰ ਸਾਹਿਬ, ਸਾਡੀ ਬੇਟੀ ਔਰ ਦਾਮਾਦ ਆਏ ਹੋਏ ਨੇ, ਇਸ ਕਮਰੇ ਦੇ ਵਿੱਚ ਉਹ ਨੇ। ਦਰਵਾਜ਼ਾ ਨਾ ਖੋਲ੍ਹਿਆ ਗਿਆ, ਉਹ ਵਾਪਸ ਚਲਾ ਗਿਆ। ਕੁਝ ਹੀ ਪਲਾਂ ਬਾਅਦ ਬਚਿੱਤਰ ਸਿੰਘ ਅਕਾਲ ਚਲਾਣਾ ਕਰ ਗਏ।
ਦੂਜੇ ਸ਼ਬਦਾਂ ਵਿੱਚ ਮੈਦਾਨੇ ਜੰਗ ਜ਼ਖਮੀ ਹੋ ਕੇ ਆਏ ਸੀ, ਸ਼ਹਾਦਤ ਪ੍ਰਾਪਤ ਕਰ ਗਏ। ਇੱਕ ਦੇਸਾ ਸਿੰਘ ਗਹੂਣੀਆਂ ਨੂੰ ਬੁਲਾ ਕੇ ਬਚਿੱਤਰ ਸਿੰਘ ਦੀਆਂ ਅੰਤਮ ਰਸਮਾਂ ਸਿੱਖ ਮਰਿਆਦਾ ਦੇ ਮੁਤਾਬਕ ਉਸ ਕਿਲ੍ਹੇ ਦੇ ਵਿੱਚ ਹੀ ਕੀਤੀਆਂ ਗਈਆਂ, ਜਿੱਥੇ ਅੱਜ ਵੀ ਉਹਨਾਂ ਦੀ ਸ਼ਹਾਦਤ ਦੇ ਵਿੱਚੋਂ ਯਾਦਗਾਰੀ ਅਸਥਾਨ ਬਣਿਆ ਹੋਇਆ। ਕੁਝ ਸਮਾਂ ਬੀਤਿਆ ਤੇ ਇਹ ਜਿਹੜੀ ਬੀਬੀ ਮੁਮਤਾਜ਼ ਸੀ, ਜਿਹੜੀ ਬਚਿੱਤਰ ਸਿੰਘ ਦੇ ਸਰਾਣੇ ਬੈਠੀ ਸੇਵਾ ਕਰ ਰਹੀ ਸੀ ਤੇ ਜਿਸ ਦੇ ਬਾਰੇ ਨਿਹੰਗ ਖਾਨ ਨੇ ਕਿਹਾ ਸੀ ਕਿ ਮੇਰੀ ਬੇਟੀ ਔਰ ਮੇਰਾ ਬੇਟਾ ਦਮਾਦ ਉੱਥੇ ਅੰਦਰ ਪਏ ਨੇ, ਤਾਂ ਇਹਦਾ ਇੱਕ ਰਿਸ਼ਤਾ ਆਇਆ ਬੱਸੀ ਪਿੰਡ ਤੋਂ। ਜਦੋਂ ਭੂਆ ਉਮਰੀ ਰਿਸ਼ਤਾ ਲੈ ਕੇ ਆਈ, ਰਿਸ਼ਤੇ ਦੀ ਗੱਲ ਚੱਲੀ ਤੇ ਉਸ ਵੇਲੇ ਮੁਮਤਾਜ਼ ਨੇ ਕਹਿ ਦਿੱਤਾ ਆਪਣੀ ਮਾਂ ਨੂੰ, ਅੰਮੀ ਜਾਨ, ਇਹ ਕਿਵੇਂ ਹੋ ਸਕਦਾ ਹੈ ਇੱਕ ਸ਼ਹੀਦ ਦੀ ਪਤਨੀ ਦੁਬਾਰਾ ਵਿਆਹ ਕਰਾ ਲਵੇ। ਸਾਰਾ ਪਰਿਵਾਰ ਹੈਰਾਨ ਰਹਿ ਗਿਆ। ਮੁਮਤਾਜ਼ ਤੂੰ ਕੀ ਕਹਿ ਰਹੀ ਹੈ? ਸ਼ਹੀਦ ਦੀ ਪਤਨੀ? ਤੇਰਾ ਤੇ ਅਜੇ ਨਿਕਾਹ ਹੋਇਆ ਹੀ ਨਹੀਂ। ਕਹਿੰਦੀ ਅੰਮੀ ਜਾਨ, ਤੁਹਾਨੂੰ ਯਾਦ ਨਹੀਂ ਜਿਸ ਦਿਨ ਇੱਕ ਸਿੱਖ ਬਚਿੱਤਰ ਸਿੰਘ ਸਾਡੇ ਘਰ ਮੌਤ ਦੇ ਬਿਸਤਰ ਦੇ ਉੱਪਰ ਪਿਆ ਸੀ ਤੇ ਹਕੂਮਤ ਦੇ ਫੌਜਦਾਰ ਜ਼ਬਾਰ ਖਾਨ ਨੇ ਘੇਰਾ ਪਾਇਆ ਸੀ, ਤੁਹਾਡੀ ਜ਼ੁਬਾਨ ਤੋਂ ਉਦੋਂ ਸ਼ਬਦ ਨਿਕਲਿਆ ਸੀ ਕਿ ਸਾਡੀ ਬੇਟੀ ਔਰ ਸਾਡਾ ਦਮਾਦ ਅੰਦਰ ਨੇ। ਸੱਚ ਜਾਣਿਓ, ਮੈਂ ਉਸ ਦਿਨ ਹੀ ਆਪਣੇ ਮਨ ਦੇ ਵਿੱਚ ਸੋਚ ਲਿਆ ਸੀ ਕਿ ਜੇ ਮੇਰੀ ਮਾਂ, ਮੇਰੇ ਬਾਪ, ਮੇਰੇ ਅੱਬਾ ਜਾਨ, ਮੇਰੇ ਭਾਈ ਜਾਨ ਦੇ ਜਵਾਨ ਦੇ ਵਿੱਚੋਂ ਇਹ ਸ਼ਬਦ ਨਿਕਲਿਆ ਕਿ ਅੰਦਰ ਸਾਡਾ ਦਮਾਦ ਹੈ ਤੇ ਅੱਜ ਤੋਂ ਬਾਅਦ ਮੈਂ ਇਸ ਸ਼ਹੀਦ ਦੀ ਪਤਨੀ ਹਾਂ, ਮੈਂ ਕਦੀ ਵਿਆਹ ਨਹੀਂ ਕਰਾਵਾਂਗੀ, ਕਦੀ ਨਿਕਾਹ ਨਹੀਂ ਕਰਾਵਾਂਗੀ। ਇਤਿਹਾਸ ਗਵਾਹ ਹੈ ਕਿ ਅੱਜ ਬੀਬੀ ਮੁਮਤਾਜ਼ ਦੀ ਯਾਦ ਦੇ ਵਿੱਚ ਅਸਥਾਨ ਬਣਿਆ ਹੋਇਆ ਹੈ। ਸਾਰੀ ਉਮਰ ਉਸ ਸਬਰ ਔਰ ਸਿਦਕ ਦੀ ਮੂਰਤ ਨੇ ਇੱਕ ਸ਼ਹੀਦ ਦੀ ਬੇਵਾ ਬਣੀ ਹੋਈ, ਇੱਕ ਸ਼ਹੀਦ ਨੂੰ ਆਪਣਾ ਪਤੀ ਮੰਨਦੇ ਹੋਏ ਆਪਣੀ ਜ਼ਿੰਦਗੀ ਇਸੇ ਤਰ੍ਹਾਂ ਗੁਜ਼ਾਰ ਦਿੱਤੀ। ਭਾਈ ਬਚਿੱਤਰ ਸਿੰਘ ਸ਼ਹਾਦਤ ਪ੍ਰਾਪਤ ਕਰ ਗਏ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅਗਲੇ ਇਲਾਕੇ ਵੱਲ ਤੁਰ ਪਏ। ਆਨੰਦਾਂ ਦੀ ਪੁਰੀ ਆਨੰਦਪੁਰ ਤੋਂ ਚੱਲ ਕੇ ਗੁਰੂ ਸਾਹਿਬ ਨੇ ਅੱਗੇ ਕਿਹੜਾ ਪੈਂਡਾ ਕਿਵੇਂ ਤੈਅ ਕੀਤਾ ਤੇ ਉਸ ਵਿੱਚ ਕੀ ਅੜਚਣਾਂ ਆਈਆਂ, ਅਸੀਂ ਅਗਲੇ ਹਿੱਸੇ ਵਿੱਚ ਬਿਆਨ ਕਰਾਂਗੇ।